ਵਾਹਿਗੁਰੂ 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 ਵਾਹਿਗੁਰੂ। ਰਹਿਤ। ਮੀਂਹ ਮਾਲਕ ਦੀ ਮਿਹਰ ਨਾਲ ਪੈਂਦਾ ਹੈ, ਪਰ ਉਸ ਦਾ ਬੇਪਰਵਾਹੀਆਂ ਨਾਲ ਬੇਅੰਦਾਜ਼ਾ ਵਰਸਾਇਆ ਹੋਇਆ ਪਾਣੀ ਧਰਤੀ ਲਈ ਉਦੋਂ ਹੀ ਲਾਭਵੰਦ ਹੁੰਦਾ ਹੈ ਜਦੋਂ ਉਸ ਅਸਗਾਹ ਪਾਣੀ ਨੂੰ ਤਾਲਾਬਾਂ, ਨਹਿਰਾਂ, ਸੂਇਆਂ ਅਤੇ ਖਾਲਾਂ ਦੀ ਮਰਿਆਦਾ ਵਿੱਚ ਬੰਨ੍ਹ ਕੇ ਵਰਤਿਆ ਜਾਵੇ। ਬਿਨ ਮਰਿਆਦਾ ਹੜ੍ਹਾਂ ਦਾ ਪਾਣੀ ਜਿੱਥੇ ਭਾਵੇਂ ਬਰਬਾਦ ਕਰ ਦਿੰਦਾ ਹੈ ਅਤੇ ਬਾਕੀ ਦੀਆਂ ਥਾਵਾਂ ਨੂੰ ਜਲਹੀਣ ਰਹਿ ਕੇ ਸੁੱਕਣ ਲਈ ਛੱਡ ਦਿੰਦਾ ਹੈ। ਇਹੋ ਹੀ ਹਾਲਤ ਸੰਸਾਰ ਦੀ ਹਰ ਇੱਕ ਸ਼ਕਤੀ ਦੀ ਹੈ। ਕੀ ਪੌਣ, ਕੀ ਅੱਗ, ਕੀ ਬਿਜਲੀ ਅਤੇ ਕੀ ਭਾਪ, ਹਰ ਇੱਕ ਮਰਿਆਦਾ ਵਿੱਚ ਬੱਝ ਕੇ ਹੀ ਲਾਭਕਾਰੀ ਹੁੰਦਾ ਹੈ। ਅਬੁਝਵੀਂ ਅਤੇ ਬੇਮਰਿਆਦਾ ਚੀਜ਼ ਸੰਸਾਰ ਨੂੰ ਸੁੱਖ ਨਹੀਂ ਦਿੰਦੀ। ਅਸਲੀ ਕਾਰਨ ਇਹ ਹੈ ਕਿ ਕਰਤਾ ਪੁਰਖ ਨੇ ਜਗਤ ਖੁਦ ਮਿੱਤ ਅਤੇ ਮਰਿਆਦਾ ਵਿੱਚ ਬੰਨ੍ਹਿਆ ਹੈ। ਇਹ ਧਰਮਖੰਡ ਸਾਰੇ ਦਾ ਸਾਰਾ ਹੈ ਹੀ ਨਿਯਮਾਂ ਵਿੱਚ। ਇੱਥੋਂ ਦੀਆਂ ਰਾਤਾਂ, ਰੁੱਤਾਂ, ਥਿੱਤਾਂ, ਵਾਰਾਂ ਸਭ ਨਿਯਮ ਵਿੱਚ ਚੱਲ ਰਹੇ ਹਨ। ਮੁਕਰਰਾਂ ਧਰਮ ਦੇ ਅਧੀਨ ਹਨ। ਸੂਰਜ ਅਤੇ ਚੰਦ ਕਿਸ ਤਰ੍ਹਾਂ ਆਪਣੀ ਬੱਝਵੀਂ ਚਾਲ ਦੇ ਅਨੁਸਾਰ ਯੁੱਗਾਂ ਤੋਂ ਚੱਲ ਰਹੇ ਹਨ। ਕਿਸ ਕਿਸ ਸ਼ੈ ਦੀ ਵਿਚਾਰ ਕਰੀਏ? ਓੜਕ ਇਹੀ ਕਹਿਣਾ ਪਏਗਾ ਕਿ ਸੰਸਾਰ ਦੀ ਹਰ ਇੱਕ ਹਸਤੀ ਦੀ ਚਾਲ ਕਿਸੇ ਨਾ ਕਿਸੇ ਨਿਯਮ ਵਿੱਚ ਹੀ ਬੱਝੀ ਹੋਈ ਹੈ। ਨਿਯਮੋਂ ਉਖੜਨਾ ਚਾਲੋਂ ਬੇਚਾਲ ਹੋਣਾ ਹੈ ਅਤੇ ਬੇਚਾਲ ਜੀਵਨ ਤੜਕ ਮੌਤ ਦੇ ਮੂੰਹ ਵਿੱਚ ਚਲਾ ਜਾਂਦਾ ਹੈ। ਅਸੀਂ ਰੋਜ਼ ਦੇਖਦੇ ਹਾਂ ਕਿ ਆਕਾਸ਼ ਮੰਡਲ ਵਿੱਚ ਚਾਲੋਂ ਉਖੜੇ ਹੋਏ ਥੜੇ ਸਿਤਾਰੇ ਅਤੇ ਸਿਆਰੇ ਅੱਖ ਦੇ ਝਲਕਾਰੇ ਵਿੱਚ ਚੀਨੀ ਚੀਨੀ ਹੋ ਆਕਾਸ਼ ਵਿੱਚ ਖਿੰਡ ਜਾਂਦੇ ਹਨ। ਨਿਯਮਬੱਧੀ ਚਾਲ ਵਿੱਚ ਰਹਿਣਾ ਹੀ ਸਾਰੀ ਕਲਾ ਦੀ ਦੁਨੀਆ ਦਾ ਭੇਦ ਹੈ। ਛੋਟੀ ਜਿਹੀ ਘੜੀ ਤੋਂ ਲੈ ਕੇ ਵੱਡੇ ਵੱਡੇ ਸਟੀਮ ਇੰਜਨਾਂ ਤੱਕ, ਬਾਈਸਿਕਲ ਤੋਂ ਲੈ ਕੇ ਹਵਾਈ ਜਹਾਜ਼ ਤੱਕ ਅਤੇ ਹਾਰਮੋਨੀਅਮ ਤੋਂ ਲੈ ਕੇ ਰੇਡੀਓ ਤੱਕ ਸਾਰੇ ਦੇ ਸਾਰੇ ਨਿਯਮ ਬਸ ਚਾਲ ਵਿੱਚ ਹੀ ਕੰਮ ਕਰ ਸਕਦੇ ਹਨ। ਚਾਲ ਉਖੜੀ ਨਹੀਂ ਅਤੇ ਇਹ ਕੀਮਤੀ ਚੀਜ਼ਾਂ ਕਬਾੜੀਏ ਦੀ ਦੁਕਾਨ 'ਤੇ ਸੁੱਟੀਆਂ ਨਹੀਂ ਗਈਆਂ। ਬਿਲਕੁਲ ਇਹੋ ਹੀ ਨਿਯਮ ਜਾਨਦਾਰਾਂ ਦੀ ਦੁਨੀਆ ਵਿੱਚ ਕੰਮ ਕਰ ਰਿਹਾ ਹੈ। ਇੱਕ ਕੀੜੀ ਤੋਂ ਲੈ ਕੇ ਹਾਥੀ ਤੱਕ ਅਤੇ ਖੂਨ ਦੇ ਮਾਮੂਲੀ ਕੀੜੇ ਤੋਂ ਲੈ ਕੇ ਮਨੁੱਖ ਤੱਕ ਸੰਜਮ ਵਿੱਚ ਬੱਧੇ ਹੀ ਜੀਵਨ ਸਹੀ ਚੱਲ ਸਕਦੇ ਹਨ। ਸੰਜਮ ਰਹਿਤ ਜੀਵਨ ਰੋਗਾਂ ਦਾ ਸ਼ਿਕਾਰ ਅਤੇ ਮੌਤ ਦਾ ਲੁਕਮਾ ਬਣ ਜਾਂਦੇ ਹਨ। ਵੱਡੇ ਤੋਂ ਵੱਡਾ ਅਤੇ ਉੱਚੇ ਤੋਂ ਉੱਚਾ ਜੀਵਨ ਵੀ ਸੰਜਮ ਤੋਂ ਉਖੜਿਆ ਹੋਇਆ ਆਕਾਸ਼ ਵਿੱਚ ਟੁੱਟੇ ਹੋਏ ਸਿਤਾਰੇ ਵਾਂਗ ਚੀਨੀ ਚੀਨੀ ਹੋ ਖਿੰਡ ਜਾਂਦਾ ਹੈ।
ਇਹ ਵੀ ਗੱਲ ਯਾਦ ਰੱਖਣ ਵਾਲੀ ਹੈ ਕਿ ਜਿੰਨੀ ਕੋਈ ਚੀਜ਼ ਜ਼ਿਆਦਾ ਕੀਮਤੀ ਹੈ ਉਨੀ ਹੀ ਉਹ ਵਧੇਰੇ ਸੰਭਾਲ ਗੋਚਰੀ ਹੈ। ਜਿਤਨਾ ਕੋਈ ਜੀਵਨ ਵਧੇਰੇ ਉਚੇਰਾ ਹੈ ਉਤਨਾ ਹੀ ਉਹ ਸੰਜਮ ਦਾ ਵਧੇਰਾ ਅਧਿਕਾਰੀ ਹੈ। ਅਸਾਂ ਦੇਖਿਆ ਕਿ ਸਤਿਗੁਰਾਂ ਨੇ ਨਵੇਂ ਮਨੁੱਖ ਨੂੰ ਬਹੁਤ ਉਚੇਰਾ ਜੀਵਨ ਦਿੱਤਾ ਹੈ। ਉਚੇਰਾ ਕੀ, ਸਗੋਂ ਮੁਕੰਮਲ ਜੀਵਨ। ਉਚੇਰੇ ਜੀਵਨ ਲਈ ਨਿਯਮਾਂ ਦਾ ਨਿਭਾਉਣ ਤੇ ਸੰਜਮ ਨੂੰ ਸਾਥੀ ਰੱਖਣਾ ਵੀ ਉਤਨਾ ਹੀ ਜ਼ਰੂਰੀ ਤੇ ਉਚੇਰਾ ਹੈ। ਸੰਸਾਰ ਦੀ ਬਾਜ਼ੀਗਰੀ ਵਿੱਚ ਜਿਸ ਨੂੰ ਰਚਨਹਾਰ ਨੇ ਖੁਦ ਅਖਾੜਾ ਬਣਾਇਆ ਹੈ, ਅਗਾਹਾਂ ਵਧੂਆਂ ਲਈ ਕਦਮ ਤੇ ਰੋਕਾਂ ਹਨ। ਇਹਨਾਂ ਰੋਕਾਂ ਨੂੰ ਚੀਰ ਜਾਣਾ ਹੀ ਜੀਵਨ ਦੀ ਸਫਲਤਾ ਹੈ। ਇਸ ਪੰਧ ਵਿੱਚ ਪੈਰ ਪੈਰ 'ਤੇ ਠਾਠਾਂ ਮਾਰਦੇ ਦਰਿਆ ਪੈਂਦੇ ਹਨ। ਉਹਨਾਂ ਨੂੰ ਠਿੱਲ ਪਾਰ ਲੰਘਣਾ ਹੀ ਮਰਦਾਊ ਹੈ। ਇਹਨਾਂ ਰੋਕਾਂ ਨੂੰ ਪੁਰਾਤਨਤਾ ਨੇ ਬੇਰੂਨੀ ਵਿਅਕਤੀਆਂ ਕਲਪ ਕਰ ਬਿਆਨ ਕੀਤੀ ਸੀ। ਉਹਨਾਂ ਦੇ ਖਿਆਲ ਵਿੱਚ ਸ਼ੈਤਾਨ ਰੱਬ ਨਾਲੋਂ ਰੁੱਸੇ ਬੰਦੇ ਨੂੰ ਗੁੰਮਰਾਹ ਕਰਨ ਤੇ ਕਲਯੁਗ ਆਪਣਾ ਰਾਜ ਸਥਾਪਨ ਕਰਨ ਲਈ ਮਨੁੱਖ ਨੂੰ ਪ੍ਰਮਾਣ 'ਤੇ ਤੁਲਿਆ ਹੋਇਆ ਹੈ। ਪਰੰਤੂ ਨਵੇਂ ਮਨੁੱਖ ਜੀਵਨ ਵਿੱਚ ਇਹ ਸਮਝਾਇਆ ਗਿਆ ਕਿ ਤੂੰ ਜੋਤ ਸਰੂਪ ਹੈ ਤੇ ਤੇਥੋਂ ਆਕੀ ਹੋ ਕੇ ਕੋਈ ਦੂਜਾ ਤੇਰਾ ਮੁਕਾਬਲਾ ਨਹੀਂ ਕਰ ਸਕਦਾ। ਹਾਂ, ਜੇ ਤੂੰ ਹੀ ਕੁਸੰਗਤ ਕਰਕੇ ਆਪਣਾ ਆਪ ਭੁੱਲ ਜਾਵੇਂ ਤਾਂ ਭੁੱਲ ਵਿੱਚੋਂ ਅੰਧੇਰਾ ਪੈਦਾ ਹੋਵੇਗਾ ਤੇ ਅੰਧੇਰੇ ਵਿੱਚ ਠੋਕਰਾਂ ਜ਼ਰੂਰ ਲੱਗਣਗੀਆਂ। ਇਹ ਆਪੇ ਦੀ ਭੁੱਲ ਤੋਂ ਪੈਦਾ ਹੋਇਆ ਅੰਧੇਰਾ ਹੀ ਹਉਮੈ ਹੈ। ਇਸ ਨੇ ਹੀ ਚੌਹਾਂ ਵਰਨਾਂ ਨੂੰ ਮਲ ਸੁੱਟਿਆ ਹੈ, ਖਟ ਦਰਸ਼ਨ ਸਾਧੂਆਂ ਨੂੰ ਦਲ ਦਿੱਤਾ ਹੈ। ਬੜੇ ਬੜੇ ਸੁੰਦਰ ਸੁਗੜ ਸਰੂਪ ਤੇ ਸਿਆਣੇ ਇਸ ਦੇ ਛਲ ਵਿੱਚ ਆ ਹੈਰਾਨ ਹੋ ਰਹੇ ਹਨ। ਜਿਸ ਤਰ੍ਹਾਂ ਹਨੇਰੇ ਵਿੱਚ ਆਪਣੇ ਹੀ ਮਨ ਦੀ ਕਮਜ਼ੋਰੀ ਕਰਕੇ ਮਨੁੱਖ ਨੂੰ ਭਾਂਤ ਭਾਂਤ ਦੀਆਂ ਭਿਆਵਲੀਆਂ ਮੂਰਤੀਆਂ ਦਿਸ ਆਉਂਦੀਆਂ ਹਨ, ਉੱਦਾਂ ਹੀ ਇਹ ਮਹਾਂਮੋਹ ਵੀ ਭੁੱਲੇ ਹੋਏ ਮਨੁੱਖ ਦੇ ਸਾਹਮਣੇ ਕਮਜ਼ੋਰੀਆਂ, ਮਾਯੂਸੀਆਂ ਤੇ ਤਰੁੱਟੀਆਂ ਦੀਆਂ ਫੌਜਾਂ ਲਿਆ ਖਿਲਾਰਦਾ ਹੈ। ਪੰਜ ਤਾਂ ਇਸ ਦੇ ਮਸ਼ਹੂਰ ਸੈਨਾਪਤੀ ਹਨ ਤੇ ਜੇ ਮਨੁੱਖ ਸੁਚੇਤ ਨਾ ਰਹੇ ਤਾਂ ਉਹ ਉਸ ਦੇ ਅੰਦਰੋਂ ਅੰਮ੍ਰਿਤ ਦੀ ਦਾਤ ਵੀ ਲੁੱਟ ਖੜਦੇ ਹਨ। ਅੰਮ੍ਰਿਤਹੀਨ ਜੀਵਨ ਤੇ ਮੌਤ ਦਾ ਸੁੱਤੇ ਆ ਹੀ ਜਾਣੀ ਹੋਈ। ਅੰਮ੍ਰਿਤਹੀਨ ਜੀਵਨ ਤੇ ਮੌਤ ਤਾਂ ਸੁੱਤੇ ਹੀ ਆ ਜਾਣੀ ਹੋਈ। ਇਸ ਲਈ ਸੁੱਤਾ ਹੋਇਆ ਜੀਵਨ ਹੀ ਜੀਓ ਨਾਲੋਂ ਵੱਖਰਾ ਹੋ ਖਲੋਂਦਾ ਹੈ, ਭਾਵੇਂ ਕਿਤਨਾ ਹੀ ਬੁੱਧੀਵਾਨ ਸ਼ਾਸਤਰਜ ਕਿਉਂ ਨਾ ਹੋਵੇ। ਜੀਵਨ ਨੂੰ ਦੁੱਖਾਂ ਦੀ ਰਾਸ ਬਣਾ ਲੈਂਦਾ ਹੈ। ਗੱਲ ਕਿ ਸੰਜਮਹੀਨ ਨਿਯਮਾਵਲੀ ਤੋਂ ਉਖੜਿਆ ਹੋਇਆ ਜੀਵਨ ਸੁਸਤ ਹੋ ਜਾਂਦਾ ਹੈ ਤੇ ਨਿੰਦਰਾਵਲਾ ਹੋ ਮਹਾਮੋਹ ਦੇ ਵਸ ਪੈ ਮੌਤ ਵੱਲ ਤੁਰ ਪੈਂਦਾ ਹੈ। ਪਰ ਨਵੇਂ ਮਨੁੱਖ ਖਾਲਸੇ ਨੂੰ ਤਾਂ ਅਮਰ ਬਣਾਇਆ ਗਿਆ ਹੈ। ਇਸ ਲਈ ਉਸ ਦਾ ਤਾਂ ਮੁੱਖ ਕਰਤੱਵ ਹੈ ਕਿ ਉਹ ਅਮਰ ਜੀਵਨ ਨੂੰ ਕਾਇਮ ਰੱਖੇ। ਪਰ ਉਹ ਰਹਿ ਤਾਂ ਸਕਦਾ ਹੈ ਜੇ ਜੀਵਨ ਦੇ ਨਿਯਮ ਤੇ ਸੰਜਮ ਪੂਰੇ ਨਿਭਾਏ। ਪਰ ਉਹ ਰਹਿ ਤਾਂ ਸਕਦਾ ਹੈ ਜੇ ਜੀਵਨ ਦੇ ਨਿਯਮ ਤੇ ਸੰਜਮ ਪੂਰੇ ਨਿਭਾਏ। ਇਹਨਾਂ ਨਿਯਮਾਂ ਤੇ ਸੰਜਮਾਂ ਦੇ ਇਕੱਠ ਦਾ ਨਾਮ ਹੀ ਰਹਿਤ ਹੈ। ਰਹਿਤ ਦੇ ਅੱਖਰੀ ਅਰਥ ਹਨ ਰਹਿਤ ਦਾ ਤਰੀਕਾ। ਹਰ ਜੀਵਨ ਆਪਣੀ ਰਹਿਤ ਰਹਿ ਕੇ ਹੀ ਰਹਿ ਸਕਦਾ ਹੈ। ਮਨੁੱਖੀ ਜੀਵਨ ਵੀ ਤਾਂ ਹੀ ਬਚਦਾ ਹੈ ਜੇ ਉਹ ਮਨੁੱਖ ਜੀਵਨ ਦੀ ਰਹਿਤ ਰਹੇ। ਬਿਨਾਂ ਰਹਿਤ ਤੋਂ ਬੇਸੰਜਮਾ ਜੀਵਨ ਵਿਚਾਰਾਂ ਦਾ ਸ਼ਿਕਾਰ ਹੋ ਜਾਵੇਗਾ। ਭੁਲੇਖੇ ਦੀ ਦੁਨੀਆ ਵਿੱਚ ਵਿਕਾਰ ਪੈਰ ਪੈਰ 'ਤੇ ਹਨ, ਪਰ ਜਿਨ੍ਹਾਂ ਨੇ ਗੁਰੂ ਪੂਰੇ ਦਾ ਆਧਾਰ ਸ਼ਬਦ ਸੁਣਿਆ ਹੈ
ਤੇ ਉਹ ਰਹਿਤ ਵਿੱਚ ਰਹੇ ਹਨ, ਉਹਨਾਂ ਦਾ ਜੀਵਨ ਚੜ੍ਹਦੀਆਂ ਕਲਾਂ ਵਿੱਚ ਗਿਆ ਹੈ ਤੇ ਵਿਕਾਰ ਉਹਨਾਂ ਨੂੰ ਜਿੱਤਣ ਤੋਂ ਰਹਿ ਗਿਆ। ਇਹੀ ਕਾਰਨ ਹੈ ਕਿ ਸਤਿਗੁਰਾਂ ਨੇ ਰਹਿਤ ਨੂੰ ਬਹੁਤ ਪਸੰਦ ਕੀਤਾ ਹੈ। ਆਪ ਨੇ ਫਰਮਾਇਆ ਕਿ ਜੋ ਰਹਿਤ ਵਿੱਚ ਰਹਿੰਦਾ ਹੈ ਉਹ ਖਾਲਸਾ ਮੇਰਾ ਸਿਰਤਾਜ ਹੈ। ਰਹਿਣੀ ਰਹੇ ਸੋ ਖਾਲਸਾ, ਸੋ ਮੇਰੇ ਸਿਰਤਾਜ। ਇਹ ਰਹਿਤ ਹੀ ਖਾਲਸੇ ਦੇ ਜੀਵਨ ਦੀ ਨਿਯਮਾਵਲੀ ਹੈ। ਇਸ ਵਿੱਚ ਬੱਝਾ ਹੋਇਆ ਹੀ ਸਿੰਘ ਦਾ ਅਮਰ ਜੀਵਨ ਜਗਤ ਕਲਿਆਣਕਾਰੀ ਹੋ ਸਕਦਾ ਹੈ। ਸਿੰਘ ਜੀਵਨ ਸ਼ਖਸੀ, ਪੰਥਕ ਤੇ ਜਗਤ ਵਰਤੋਂ ਤਿੰਨਾਂ ਹਿੱਸਿਆਂ ਵਿੱਚ ਤਕਸੀਮ ਹੈ। ਇਸ ਲਈ ਤਿੰਨਾਂ ਕਿਸਮਾਂ ਦੀ ਰਹਿਤ ਹੀ ਸਿੰਘ ਲਈ ਮੁਕਰਰ ਕੀਤੀ ਗਈ ਹੈ। ਵਾਹਿਗੁਰੂ ਜੀਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।